ਮੇਰਾ ਨਾਮ ਅਮਰਜੀਤ ਸਿੰਘ ਦੁੱਗਲ ਹੈ। ਮੈਂ ਅੱਜ ਕੱਲ੍ਹ ਅਮਰੀਕਾ ਦੇ ਸ਼ਹਿਰ ਐਟਲਾਂਟਾ ਵਿੱਚ ਪਿਛਲੇ 12-13 ਸਾਲਾਂ ਤੋਂ ਰਹਿ ਰਿਹਾ ਹਾਂ। ਇਸ ਤੋਂ ਪਹਿਲਾਂ ਮੈਂ ਮਿਡ ਵੈਸਟ ਵਿੱਚ ਰਿਹਾ ਅਤੇ ਥੋੜ੍ਹਾ ਸਮਾਂ LA ਵੀ ਗੁਜ਼ਾਰਿਆ ਹੈ। 1984 ਦੇ ਦੰਗਿਆਂ ਤੋਂ ਬਾਅਦ ਮਨ ਇੱਕ ਅਜੀਬ ਜਿਹੇ ਡਿਪਰੈਸ਼ਨ ਵਿੱਚ ਚਲਾ ਗਿਆ ਸੀ। ਉਸ ਕਾਲ ਅਤੇ ਉਸ ਸਮੇਂ ਨੂੰ ਅੱਜ ਵੀ ਯਾਦ ਕਰਕੇ ਦਿਲ ਕਦੀ-ਕਦੀ ਬਹੁਤ ਰੋਂਦਾ ਹੈ। ਇੱਕ ਫਲਿਆ ਫੁੱਲਿਆ ਘਰ ਉਜਾੜ ਕੇ ਚਲਾ ਗਿਆ ਉਹ ਸਮਾਂ। ਨਾ ਜਾਣੇ ਕਿੰਨੇ ਨੌਜਵਾਨ ਆਪਣਾ ਦੇਸ਼ ਛੱਡ ਕੇ ਬਾਹਰ ਦੇਸ਼ਾਂ ਵੱਲ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਉੱਡ ਗਏ, ਪਰ ਉਹ ਉੱਡਣਾ ਕੀ ਸੀ, ਉਹ ਤਾਂ ਹੋਰ ਵਧੇਰੇ ਮੌਤ ਨੂੰ ਆਵਾਜ਼ਾਂ ਮਾਰਨ ਵਾਲਾ ਸਮਾਂ ਸਾਬਤ ਹੋਇਆ, ਖਾਸ ਕਰਕੇ ਮੇਰੇ ਵਰਗੇ ਨੌਜਵਾਨਾਂ ਵਾਸਤੇ ਜੋ ਚੰਗੇ ਭਲੇ ਕਾਰੋਬਾਰ ਛੱਡ ਕੇ ਬਾਹਰ ਵੱਲ ਨੂੰ ਤੁਰ ਪਏ। ਅਸੀਂ ਇੱਕ ਸੋਹਣੇ ਖਾਨਦਾਨੀ ਗੁਰੂ ਦੀ ਸਿੱਖੀ ਨਾਲ ਭਰਪੂਰ ਸਿੰਚੇ ਹੋਏ ਘਰ ਵਿੱਚ ਜਨਮੇ ਸਾਂ। ਮੇਰੇ ਦਾਦਾ ਜੀ ਬਹੁਤ ਸਿੱਧੇ ਪੂਰਨ ਗੁਰਸਿੱਖ ਅਤੇ ਤਕਰੀਬਨ ਸਾਰਾ ਦਿਨ ਭਗਤ ਮਾਲ ਪੜ੍ਹਦੇ ਸਨ। ਅੰਮ੍ਰਿਤ ਵੇਲੇ ਇਸ਼ਨਾਨ ਕਰ ਜਾਪ ਕਰਦੇ ਹੀ ਦੇਖੇ ਜਾਂਦੇ ਸਨ। ਸਾਨੂੰ ਬੱਚਿਆਂ ਨੂੰ ਕੋਲ ਬਿਠਾ ਕੇ ਕੇਵਲ ਅਰਦਾਸ ਔਰ ਆਦਰਸ਼ ਜੀਵਨ ਦੀਆਂ ਗੱਲਾਂ ਹੀ ਬਸ ਉਹਨਾਂ ਦੀਆਂ ਮੈਨੂੰ ਯਾਦ ਹਨ। ਸੱਚਾ ਸੁੱਚਾ ਜੀਵਨ ਭਗਤੀ ਸ਼ਕਤੀ ਦਾ ਸੁਨੇਹਾ ਹੀ ਜਿਵੇਂ ਸਾਨੂੰ ਦੇਣਾ ਉਹਨਾਂ ਦਾ ਜੀਵਨ ਮਨੋਰਥ ਸੀ। ਉਹਨਾਂ ਪਾਸੋਂ ਸੰਤ ਤੇਜਾ ਸਿੰਘ ਜੀ ਬਾਰੇ ਬਹੁਤ ਕੁਝ ਸੁਣਿਆ ਸੀ। ਮੇਰੀ ਦਾਦੀ ਅਤੇ ਸੰਤਾਂ ਦੀ ਧਰਮ ਪਤਨੀ ਭੂਆ ਭਤੀਜੀਆਂ ਸਨ। ਰਿਸ਼ਤੇਦਾਰੀ ਕਰਕੇ ਸੰਤ ਹਰ ਦੁੱਖ ਸੁੱਖ ਵਿੱਚ ਸ਼੍ਰੀ ਗੰਗਾਨਗਰ ਜ਼ਿਲ੍ਹੇ ਵਿੱਚ ਸਾਡੇ ਪਰਿਵਾਰਾਂ ਨੂੰ ਮਿਲਣ ਆਉਂਦੇ ਸਨ। ਦਾਦਾ ਜੀ ਦੇ ਵੱਡੇ ਭਰਾ ਦਾ ਲੜਕਾ ਤਾਇਆ ਅਰਜਨ ਸਿੰਘ, ਜਿਸ ਦਾ ਅੰਗੀਠਾ ਨਾਨਕਸਰ ਚੀਮੇ ਅੱਜ ਵੀ ਬਣਿਆ ਹੋਇਆ ਹੈ, ਸੰਤਾਂ ਨੂੰ ਆਪਣਾ ਜੀਵਨ ਅਰਪਿਤ ਕਰ ਚੁੱਕਾ ਸੀ। ਭੂਆ ਤਰਲੋਚਨ ਕੌਰ ਜੀ, ਜੋ ਅਰਜਨ ਸਿੰਘ ਜੀ ਦੀ ਸਕੀ ਭੈਣ ਸੀ, ਉਹਨਾਂ ਪਾਸੋਂ ਵੀ 1978 ਵਿੱਚ ਇੱਕ ਗੁਰਸਿੱਖ ਦੀ ਸੰਗਤ ਦਾ ਸਦਕਾ ਵੀ ਉਹਦੇ ਨਾਲ ਪ੍ਰਭਾਵਿਤ ਹੋ ਕੇ ਔਰ ਉਸ ਦੇ ਜ਼ੋਰ ਦੇਣ ਨਾਲ ਮੈਂ ਵੀ ਅੰਮ੍ਰਿਤ ਛਕ ਲਿਆ ਸੀ ਅਤੇ ਪੂਰਨ ਰੂਪ ਵਿੱਚ ਨਿਤਨੇਮੀ ਅਤੇ ਸ਼ਾਕਾਹਾਰੀ ਹੋ ਚੁੱਕਿਆ ਸੀ। 1978 ਵਿੱਚ ਸ਼੍ਰੀ ਅੰਮ੍ਰਿਤਸਰ ਨਿਰੰਕਾਰੀ ਗੋਲੀ ਕਾਂਡ ਨਾਲ ਕੁਝ ਜ਼ਖਮੀ ਹੋਏ ਸਿੰਘਾਂ ਨਾਲ ਮਿਲਾਪ ਹੋਇਆ ਅਤੇ ਛੋਟੀ ਉਮਰ ਕਰਕੇ ਉਹਨਾਂ ਨਾਲ ਮੈਂ ਬਹੁਤ ਪ੍ਰਭਾਵਿਤ ਹੋਇਆ। 1979 ਯਾਨੀ 79 ਤੱਕ ਸਿੱਖ ਇਤਿਹਾਸ ਆਦਿ ਪੁਸਤਕਾਂ ਪੜ੍ਹਨ ਨਾਲ ਸੰਤ ਤੇਜਾ ਸਿੰਘ ਜੀ ਦੇ ਵਰਤਮਾਨ ਟਰਸਟ ਨੂੰ, ਵਰਤਮਾਨ ਫਾਲੋਅਰਸ ਨੂੰ ਮਿਲਣ ਦਾ ਨਿਸ਼ਚਾ ਕਰ ਲਿਆ ਅਤੇ ਮੈਂ ਪਹਾਲ ਜਾਰੀ ਕਰ ਦਿੱਤੀ। ਭੂਆ ਤਰਲੋਚਨ ਕੌਰ ਜੀ ਕੋਲੋਂ ਸਭ ਤੋਂ ਪਹਿਲਾਂ ਬੜੂ ਸਾਹਿਬ ਅਤੇ ਖੇਤੀਬਾੜੀ ਮਹਿਕਮੇ ਵਿੱਚ ਲੱਗੇ ਇਕਬਾਲ ਸਿੰਘ ਦਾ ਨਾਂ ਸੁਣਿਆ ਅਤੇ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਸ਼ਿਮਲਾ ਮੈਂ 2 ਵਾਰੀ ਗਿਆ ਅਤੇ ਦੂਜੀ ਵਾਰੀ ਸੰਯੋਗ ਨਾਲ ਇਕਬਾਲ ਸਿੰਘ ਕਿੰਗਰਾ, ਜੋ ਗਿਆਨੀ ਜੀ ਦੇ ਨਾਮ ਨਾਲ ਜਾਂਦੇ ਸਨ, ਇਸ ਸਿੱਖ ਨਾਲ ਮੁਲਾਕਾਤ ਹੋਈ। ਇਹ ਸਾਰੀ ਵਾਰਤਾ ਮੈਂ 2011 ਵਿੱਚ ਨੋਇਡਾ ਵਿੱਚ ਇੱਕ ਪ੍ਰੋਫੈਸ਼ਨਲ ਸਟੂਡੀਓ ਵਿੱਚ ਰਿਕਾਰਡਿੰਗ ਕਰਕੇ ਤੇ ਸਾਰੀ ਬੜੂ ਦੀ ਕਹਾਣੀ ਲਿਖੀ ਹੈ ਕਿ ਮੈਂ ਉਹਨਾਂ ਨੂੰ ਕਿਸ ਤਰ੍ਹਾਂ ਮਿਲਿਆ ਇਤਿਆਦ। ਉਹ ਆਪ ਮੇਰੀ ਵੈਬਸਾਈਟ 'ਤੇ ਦੇਖ ਸਕਦੇ ਹੋ। ਬਾਬਾ ਇਕਬਾਲ ਸਿੰਘ, ਜੋ ਅੱਜ ਬਾਬਾ ਇਕਬਾਲ ਸਿੰਘ ਕਰਕੇ ਜਾਣੇ ਜਾਂਦੇ ਹਨ, ਉਸ ਵੇਲੇ IS ਕਿੰਗਰਾ ਕਰਕੇ ਜਾਣੇ ਜਾਂਦੇ ਸਨ। ਉਹਨਾਂ ਨੇ ਖੁਦ ਇਸ CD ਨੂੰ ਸੁਣਿਆ ਅਤੇ ਪ੍ਰੋੜਤਾ ਕੀਤੀ ਕਿ ਹਾਂ, ਇਹ ਬੜੂ ਸਾਹਿਬ ਦੀ ਸੇਵਾ ਇਸੇ ਤਰ੍ਹਾਂ ਸ਼ੁਰੂ ਹੋਈ ਸੀ ਅਤੇ ਸੰਗਤ ਵਿੱਚ ਜਕਾਰਾ ਵੀ ਛੱਡਿਆ ਗਿਆ। ਇਸ ਕਿੰਗਰਾ ਸਾਹਿਬ ਨਾਮ ਦੇ ਇਸ ਸਿੱਖ ਨੂੰ ਜਦੋਂ ਅਸੀਂ ਰਜੌਰੀ ਗਾਰਡਨ ਆਪਣੇ ਹੀ ਘਰੋਂ ਪ੍ਰਮੋਟ ਕਰਨਾ ਸ਼ੁਰੂ ਕੀਤਾ, ਅਸੀਂ ਕੇਵਲ ਔਰ ਕੇਵਲ ਸਿੱਖ ਕੌਮ ਵਿੱਚ ਸੰਤ ਤੇਜਾ ਸਿੰਘ ਜੀ ਦੀ ਦੇਣ ਨੂੰ ਮੁੱਖ ਰੱਖਦੇ ਹੋਏ ਸਿੱਖ ਜਗਤ ਦੇ ਨਿਯਮਾਂ ਅਨੁਸਾਰ ਕੇਵਲ ਔਰ ਕੇਵਲ ਧਰਮ ਕਰਮ ਦੇ ਕਾਰਜ ਨੂੰ ਅੱਗੇ ਤੋਰਿਆ। ਪਹਿਲ ਕੇਵਲ ਕਥਾ ਕੀਰਤਨ ਅਤੇ ਸੰਗਤਾਂ ਨੂੰ
ਬੜੂ ਸਾਹਿਬ ਆ ਕੇ ਆਪਣੀਆਂ ਬੈਟਰੀਆਂ ਮੁੜ ਚਾਰਜ ਕਰਨ ਦਾ ਹੀ ਸੁਨੇਹਾ ਬਾਬਾ ਜੀ ਨੇ ਵੀ ਦਿੱਤਾ ਔਰ ਸਾਡਾ ਵੀ ਇਹੀ ਮਨੋਰਥ ਸੀ। ਇਹ ਗੱਲ ਸਾਫ਼-ਸਾਫ਼ ਦੱਸ ਦੇਣਾ ਚਾਹੁੰਦਾ ਹਾਂ ਕਿ ਬੜੂ ਸਾਹਿਬ ਵਾਸਤੇ ਜੇਕਰ ਪਹਿਲਾ ਕੋਈ ਕਿਸੇ ਤਰ੍ਹਾਂ ਦਾ ਵੀ ਐਫਰਟ ਜਾਂ ਯਤਨ ਹੋਇਆ ਉਹ ਸਾਡੇ ਪਰਿਵਾਰ ਵੱਲੋਂ ਹੀ ਹੋਇਆ ਅਤੇ ਕੇਵਲ ਸੰਤ ਤੇਜਾ ਸਿੰਘ ਜੀ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਬੜੂ ਸਾਹਿਬ ਦੀ ਸੇਵਾ ਵਿੱਚ ਪਹਿਲਾ ਪੈਸਾ, ਪਹਿਲੀ ਬੱਸ, ਪਹਿਲਾ ਪਾਠ, ਪਹਿਲਾ ਰਿਸ਼ਤੇਦਾਰ, ਪਹਿਲਾ ਸੰਤ ਸਮਾਗਮ ਅਤੇ ਉਸ ਦਾ ਇੰਤਜ਼ਾਮ ਸਾਰਾ ਮੇਰੇ ਆਪਣੇ ਹੱਥੋਂ ਹੋਇਆ। ਮੈਂ ਸਾਧ ਸੰਗਤ ਦੀ ਭੱਜ ਕੇ ਸੇਵਾ ਕਰਦਾ ਰਿਹਾ, ਗੁਸਲਖਾਨੇ ਤੱਕ ਸਾਫ਼ ਕਰਦਾ ਰਿਹਾ। ਕਸ਼ਮੀਰੀ ਗੇਟ ਵਿੱਚ ਕਿਸੇ ਵੀ ਦੁਕਾਨਦਾਰ ਕੋਲ ਜੇਕਰ ਬੜੂ ਸਾਹਿਬ ਬਾਰੇ ਜਾਣਕਾਰੀ ਪਹੁੰਚੀ ਤਾਂ ਉਹ ਮੇਰੇ ਹੀ ਹੱਥੋਂ ਗਈ ਅਤੇ ਇਹ ਮੇਰੀ ਹੀ ਯੋਜਨਾ ਅਨੁਸਾਰ ਦਿੱਤੀ ਗਈ। ਸਾਨੂੰ ਪਹਿਲ ਪੈਸਾ ਵੀ ਕਸ਼ਮੀਰੀ ਗੇਟ ਤੋਂ ਹੀ ਮਿਲਿਆ ਅਤੇ ਰਜੌੜੀ ਗਾਰਡਨ ਸੰਗਤ ਤੋਂ ਮਿਲਿਆ ਅਤੇ ਨਿੱਜੀ ਸੰਪਰਕਾਂ ਤੋਂ ਮਿਲਿਆ, ਰਿਸ਼ਤੇਦਾਰੀ ਤੋਂ ਮਿਲਿਆ। ਸਾਡੇ ਹੀ ਘਰ ਕੀਰਤਨ ਸਮਾਗਮ ਹੁੰਦੇ, ਲੰਗਰ ਪੱਕਦੇ ਅਤੇ ਬੜੂ ਸਾਹਿਬ ਦੀ ਸੇਵਾ ਨੂੰ ਅੱਗੇ ਤੋਰਨ ਦਾ ਵੇਰਵਾ ਇਕੱਠਾ ਕੀਤਾ ਜਾਂਦਾ। ਮੇਰੇ ਹੀ ਨਾਨਾ ਜੀ ਬੇਦੀ ਹਰਬੰਸ ਸਿੰਘ ਜੋ ਸੇਵਾ ਵਿੱਚ ਹੀ ਅਕਾਲ ਚਲਾਣਾ ਕਰ ਗਏ, ਪਹਿਲੇ ਖਜ਼ਾਨਚੀ ਵਜੋਂ ਸੇਵਾ ਨਿਭਾਉਂਦੇ ਰਹੇ ਅਤੇ ਦੂਰ ਜਾ ਕੇ ਮਾਇਆ ਇਕੱਠੀ ਕਰਦੇ ਰਹੇ। ਮੈਂ ਸ਼ਾਇਦ ਇੱਕ ਐਸਾ ਮਨੁੱਖ ਹਾਂ ਜਿਸ ਨੇ ਬੜੂ ਸਾਹਿਬ ਦੀ ਸੇਵਾ ਹੀ ਨਹੀਂ ਕੀਤੀ, ਸਗੋਂ ਆਪਣੇ ਪੱਲੋਂ ਪੈਸਾ ਅਤੇ ਸਮਾਂ ਲਗਾਇਆ। ਪਰ ਮੈਂ ਹੀ ਪਹਿਲਾ ਇਨਸਾਨ ਸੀ ਉਸ ਵੇਲੇ ਜਿਸ ਨੇ ਸਭ ਤੋਂ ਪਹਿਲਾਂ ਪਹਿਲ ਗੁਰਦੁਆਰੇ ਦੀਆਂ ਸਟੇਜਾਂ 'ਤੇ ਬੜੂ ਸਾਹਿਬ ਦੀ ਜਾਣਕਾਰੀ ਸੰਗਤ ਨੂੰ ਦਿੱਤੀ ਅਤੇ ਮੈਨੂੰ ਇਸ ਸਾਰੀ ਸੇਵਾ ਦਾ ਇਨਾਮ ਜੋ ਬਾਬਾ ਇਕਬਾਲ ਸਿੰਘ ਔਰ ਟੀਮ ਨੇ ਦਿੱਤਾ ਉਹ ਆਪ ਅਗਲੇ ਹਿੱਸੇ ਵਿੱਚ ਸੁਣੋ। (1985) ਸੈਪਟੈਂਬਰ ਨੂੰ ਮੈਂ US ਜਾਣ ਦਾ ਪ੍ਰੋਗਰਾਮ ਬਣਾ ਲਿਆ ਅਤੇ ਉੱਥੇ ਵੀ ਮੈਂ ਹੀ ਪਹਿਲਾ ਮਨੁੱਖ ਸਾਂ ਜਿਸ ਨੇ ਬੜੂ ਸਾਹਿਬ ਬਾਰੇ ਸੰਗਤ ਨੂੰ ਜਾਣਕਾਰੀ ਦਿੱਤੀ। ਮਿਡ ਵੈਸਟ ਦੇ ਤਕਰੀਬਨ ਸਾਰੇ ਸ਼ਹਿਰ ਸ਼ਿਕਾਗੋ, ਮਿਲਵਾਕੀ, ਮਿਨੀਐਪਲਸ, ਇੰਡੀਅਨਐਪਲਸ ਐਂਡ ਸਰਾਊਂਡਿੰਗ ਏਰੀਆਜ਼ ਦੇ ਵਿੱਚ ਮੈਂ ਹੀ ਪਹਿਲਾ ਵਿਅਕਤੀ ਸਾਂ ਜਿਹਨੇ ਬੜੂ ਸਾਹਿਬ ਬਾਰੇ ਸੰਗਤ ਨੂੰ ਜਾਣਕਾਰੀ ਦਿੱਤੀ। 1990 ਵਿੱਚ ਬਹੁਤ ਲੰਬੀ ਜਦੋਜਹਿਦ ਦੇ ਬਾਅਦ ਆਪਣਾ ਗ੍ਰੀਨ ਕਾਰਡ ਲੈ ਕੇ ਜਦੋਂ ਮੈਂ ਭਾਰਤ ਪਰਤ ਕੇ ਆਇਆ, ਇਕਬਾਲ ਸਿੰਘ ਉਦੋਂ ਤੱਕ ਬਾਬਾ ਇਕਬਾਲ ਸਿੰਘ ਦੇ ਰੂਪ ਵਿੱਚ ਸਟੈਬਲਿਸ਼ ਹੋ ਚੁੱਕੇ ਸਨ। ਮੈਨੂੰ ਆਪਣੇ ਹੱਥੀਂ ਸੇਵਾ ਸ਼ੁਰੂ ਕਰਨ ਵਾਲੇ ਇਸ ਬ੍ਰਿਛ ਨੂੰ ਫਲ ਲੱਗਦਾ ਦੇਖ ਕੇ ਖੁਸ਼ੀ ਹੀ ਹੋਣੀ ਸੀ। ਬਾਬਾ ਇਕਬਾਲ ਸਿੰਘ ਜੀ ਦੇ ਨਾਲ ਮੇਰੀਆਂ 2 ਮੀਟਿੰਗਾਂ ਹੋਈਆਂ ਜਿਸ ਵਿੱਚ ਮੈਨੂੰ ਇਹ ਮਹਿਸੂਸ ਹੋਇਆ ਕਿ ਬਾਬਾ ਇਕਬਾਲ ਸਿੰਘ ਮੈਨੂੰ ਪੂਰਨ ਰੂਪ ਵਿੱਚ ਸਰੈਂਡਰ ਕਰਵਾ ਕੇ ਸੇਵਾ ਵਿੱਚ ਲਾਉਣਾ ਚਾਹੁੰਦੇ ਸਨ। ਕਿਉਂਕਿ ਹੁਣ ਮੈਂ ਅਮਰੀਕਾ ਵੀ ਰਹਿੰਦਾ ਸੀ, ਸ਼ਾਇਦ ਉੱਥੇ ਵੀ ਸੇਵਾ ਮੇਰੇ ਪਾਸੋਂ ਲੈਣਾ ਚਾਹੁੰਦੇ ਸਨ। ਸੇਵਾ ਤੋਂ ਭਾਵ ਸੰਗਤਾਂ ਨੂੰ ਬੜੂ ਸਾਹਿਬ ਬਾਰੇ ਦੱਸਣਾ ਅਤੇ ਮਾਇਆ ਇਕੱਤਰਿਤ ਕਰਨਾ ਆਦਿ। ਦੂਸਰੇ ਪਾਸੇ ਮੈਂ ਬੜੀ ਮੁਸ਼ਕਲ ਦੇ ਨਾਲ ਗ੍ਰੀਨ ਕਾਰਡ ਵਰਦੀ ਗੋਲੀ ਵਿੱਚ ਲਿਆ ਸੀ ਅਤੇ ਬੱਚਿਆਂ ਨੂੰ ਹੁਣ US ਲੈ ਕੇ ਜਾਣਾ ਸੀ। ਉੱਥੇ ਦੇ ਮਾਹੌਲ ਨਾਲ ਇੱਕ ਵਾਰੀ ਦੁਬਾਰਾ ਲੜਨਾ ਸੀ ਜੋ ਮੈਨੂੰ ਲੱਗ ਰਿਹਾ ਸੀ ਕਿ ਇੰਨਾ ਆਸਾਨ ਨਹੀਂ ਹੋਵੇਗਾ। ਸੁਣਨ ਵਾਲਿਆਂ ਲਈ ਜਾਣਕਾਰੀ ਲਈ ਕੇਵਲ ਔਰ ਕੇਵਲ ਇੰਨਾ ਹੀ ਦੱਸ ਸਕਦਾ ਹਾਂ ਕਿ ਜਿਸ ਚੱਕਰ ਵਿਊ ਵਿੱਚ ਮੈਂ ਫਸ ਗਿਆ ਸੀ ਉੱਥੋਂ ਕੋਈ ਨਿਕਲ ਸਕਦਾ ਹੈ। ਪੰਜਾਬ ਦਾ ਸਿਆਸੀ ਮਾਹੌਲ ਖਰਾਬ ਸੀ ਜਿਸ ਕਰਕੇ ਮੇਰੇ ਉੱਪਰ ਤਸ਼ੱਦਦ ਹੋਈ, ਬੜੇ ਸ਼ੱਕ ਦੀ ਨਿਗਾਹ ਨਾਲ ਦੇਖਾ ਗਿਆ। ਉਸ ਦਾ ਕੁਝ ਜ਼ਿੰਮੇਵਾਰ ਮੈਂ ਵੀ ਆਪਣੇ ਆਪ ਨੂੰ ਠਹਿਰਾਂਦਾ ਹਾਂ। ਨਾਦਾਨ ਛੋਟੀ ਉਮਰ ਸੀ, ਇਹ ਨਹੀਂ ਸੀ ਪਤਾ ਕਿ ਕਿਸੇ ਨੂੰ ਕੀ ਔਰ ਕਿਸ ਤਰ੍ਹਾਂ ਕਹਿਣਾ ਹੈ। ਕਿਸੇ ਵੀ ਚੀਜ਼ ਨੂੰ ਰਿਪਰੈਜ਼ੈਂਟ
ਜਾਂ ਕਿਸੇ ਵੀ ਮੁੱਦੇ ਨੂੰ ਪ੍ਰੈਜ਼ੈਂਟ ਕਿਸ ਤਰ੍ਹਾਂ ਕਰਨਾ ਹੈ। ਇਹ ਸਾਰੀਆਂ ਗੱਲਾਂ ਕਿਸੇ ਹੋਰ ਵੇਲੇ ਕਰਨੀਆਂ ਬਣਦੀਆਂ ਹਨ ਅਤੇ ਜ਼ਰੂਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਤਾਂ ਜੋ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਆਪਣਾ ਆਉਣ ਵਾਲਾ ਸਮਾਂ ਸਵਾਰ ਸਕਣ ਅਤੇ ਕਾਨਫਲਿਕਟ ਗੰਦਗੀ ਤੋਂ ਦੂਰ ਰਹਿਣ। ਸਮਾਜ ਅੱਜ ਇਹਨਾਂ ਕਾਨਫਲਿਕਟਸ ਔਰ ਕੁਰੀਤੀਆਂ ਦੇ ਨਾਲ ਭਰਿਆ ਪਿਆ ਹੈ। ਸਾਨੂੰ ਕਿਤੇ ਨਿਕਲਣ ਦੀ ਥਾਂ ਨਹੀਂ ਹੈ। ਸਰਕਾਰਾਂ ਦੇ ਨਾਲ ਨਾਲ ਅਸੀਂ ਵੀ ਜ਼ਿੰਮੇਦਾਰ ਹਾਂ। ਜੇ ਅਸੀਂ ਇਹਨਾਂ ਕਾਨਫਲਿਕਟ ਨੂੰ ਅੱਛੀ ਤਰ੍ਹਾਂ ਐਕਸਪਲੋਰ ਨਾ ਕਰੀਏ ਔਰ ਆਪਣੇ ਆਪ ਨੂੰ ਇਹਨਾਂ ਕਾਨਫਲਿਕਟਸ ਤੋਂ ਬਚਾ ਕੇ ਨਾ ਰੱਖ ਸਕੀਏ। ਮੈਂ 1990 ਅਪ੍ਰੈਲ ਦੇ ਅੰਤ ਵਿੱਚ ਅਮਰੀਕਾ ਫਿਰ ਮੁੜ ਆਇਆ ਅਤੇ ਜਿਸ ਦਾ ਮੈਨੂੰ ਡਰ ਸੀ ਉਹੀ ਹੋਇਆ। ਨਵਾਂ ਸਟੇਟ ਸੀ ਜਿੱਥੇ ਮੈਂ ਗਿਆ, ਉੱਥੇ ਵੀ ਪਾਪੀਆਂ ਨੇ ਘੇਰ ਲਿਆ। ਮੇਰੇ ਨਿੱਕੇ ਨਿੱਕੇ ਬੱਚੇ ਵੀ ਉਹਨਾਂ ਨੂੰ ਨਜ਼ਰ ਨਾ ਆਏ। ਮੈਂ ਸੋਚ ਕੇ ਕਿ ਕਿਸ ਤਰ੍ਹਾਂ ਇਹਨਾਂ ਦੇ ਨਾਲ ਨਜਿੱਠਾਂ ਥੋੜ੍ਹਾ ਬਿਮਾਰ ਜਿਹਾ ਰਹਿਣ ਲੱਗਾ। ਪਰਿਵਾਰ ਦੇ ਕਿਸੇ ਵੀ ਮੈਂਬਰ ਨਾਲ ਇਸ ਬਾਰੇ ਕੁਝ ਗੱਲ ਨਹੀਂ ਸੀ ਹੋ ਸਕਦੀ। ਮੈਨੂੰ ਉਹਨਾਂ ਦੀ ਜਾਨ ਦਾ ਵੀ ਖਤਰਾ ਸੀ। ਕਿਤੇ ਉਹਨਾਂ ਦੇ ਮੂੰਹੋਂ ਕੁਝ ਆਲਤੂ ਫਾਲਤੂ ਗੱਲ ਨਿਕਲ ਜਾਏ। ਚੰਗਾ ਇਹੀ ਹੈ ਕਿ ਉਹਨਾਂ ਨੂੰ ਕੁਝ ਨਾ ਦੱਸਿਆ ਜਾਏ। ਮੈਂ ਇਹ ਸੋਚ ਕੇ ਕਿ ਇਹ ਅਡੰਬਰ ਅੱਜ ਕੱਲ੍ਹ ਵਿੱਚ ਰੁਕ ਜਾਏਗਾ, ਸਭ ਕੁਝ ਬਰਦਾਸ਼ਤ ਕਰਦਾ ਰਿਹਾ। ਪਰ ਹੁਣ ਤਾਂ ਰੋਜ਼ ਚੇਤਾਵਨੀਆਂ ਆਉਣ ਲੱਗ ਪਈਆਂ, ਥ੍ਰੈਟਸ ਆਉਣ ਲੱਗ ਪਈਆਂ ਔਰ ਮੈਨੂੰ ਇਲੀਗਲ ਡਰੱਗ ਡੀਲਰਾਂ ਦੇ ਨਾਲ ਮਿਲਣ ਵਾਸਤੇ ਪ੍ਰੋਤਸਾਹਿਤ ਕੀਤਾ ਗਿਆ ਕਿ ਜੇ ਤੂੰ ਅਮਨ ਸ਼ਾਂਤੀ ਚਾਹੁੰਦਾ ਹੈ ਤਾਂ ਇਹਨਾਂ ਬੰਦਿਆਂ ਦੇ ਨਾਲ ਬਹਿ ਕੇ ਗੱਲ ਕਰ। ਅਸੀਂ ਫੈਬਰਵਰੀ 1992 ਨੂੰ ਇੰਦਰਜੀਤ ਦੇ ਵਿਆਹ 'ਤੇ ਨਿਊਯਾਰਕ ਗਏ, ਜਿੱਥੇ ਬਾਬਾ ਜੀ ਵੀ ਆਏ ਹੋਏ ਸਨ। ਅਸੀਂ 4 ਦਿਨਾਂ ਵਿੱਚ ਵਾਪਸ ਮੁੜ ਆਏ। ਅਗਲੇ ਦਿਨ ਬੱਚੇ ਸਕੂਲ ਚਲੇ ਗਏ ਅਤੇ ਮੈਂ ਮੇਲ ਚੈੱਕ ਕੀਤੀ, ਡਾਕ ਚੈੱਕ ਕੀਤੀ। ਉਸ ਅੰਦਰ ਇੱਕ ਲਿਫਾਫੇ ਅੰਦਰ ਕੁਝ ਚਿੱਟਾ ਜਿਹਾ ਪਾਊਡਰ ਸੀ। ਮੈਨੂੰ ਕੁਝ ਸਮਝ ਨਹੀਂ ਆਇਆ ਅਤੇ ਖੋਲ੍ਹ ਕੇ ਕੁਝ ਸਮਝਣ ਦੀ ਕੋਸ਼ਿਸ਼ ਕਰਨ ਲੱਗਾ। ਨੇੜੇ ਲਿਆ ਕੇ ਉਸ ਚਿੱਟੇ ਪਾਊਡਰ ਨੂੰ ਜਦੋਂ ਸੁੰਘਿਆ ਤਾਂ ਸਿਰ ਕੁਝ ਚੱਕਰ ਜਿਹਾ ਖਾ ਗਿਆ। ਮੈਂ ਘਬਰਾ ਕੇ ਤੁਰੰਤ ਉਸ ਪਾਊਡਰ ਅਤੇ ਆਲਤੂ ਫਾਲਤੂ ਮੇਲ ਨੂੰ ਬਾਹਰ ਸੁੱਟ ਆਇਆ। ਸ਼ਾਮ ਤੱਕ ਤਕਰੀਬਨ ਤਬੀਅਤ ਖਰਾਬ ਹੋ ਗਈ। ਫਟਾਫਟ ਸੌਣ ਦੀ ਕੀਤੀ, ਇਹ ਸੋਚ ਕੇ ਕਿ ਸਵੇਰੇ ਠੀਕ ਹੋ ਜਾਏਗੀ। ਮੈਂ ਜਿੱਥੇ ਕੰਮ ਕਰਦਾ ਸਾਂ ਉੱਥੇ ਵੀ ਸਾਰਾ ਦਿਨ ਬੜੀ ਮੁਸ਼ਕਿਲ ਦੇ ਨਾਲ ਲੰਘਿਆ। ਸ਼ਾਮ ਹੋਣ ਤੱਕ ਸਾਹ ਚੜ੍ਹਨ ਲੱਗ ਪਿਆ। ਘਰ ਆ ਕੇ ਵੀ ਕੋਈ ਆਰਾਮ ਨਾ ਆਇਆ। ਤੁਰੰਤ ਡਾਕਟਰ ਕੋਲ ਜਾਣ ਦਾ ਨਿਰਣਾ ਕੀਤਾ। ਡਾਕਟਰ ਨੇ ਕਿਹਾ, ਇੰਨੀ ਥਕਾਨ ਅਤੇ ਸਿਰ ਦਰਦ ਦਾ ਕੋਈ ਮੇਲ ਨਹੀਂ ਹੈ, ਪਰ ਤੁਸੀਂ ਇਹ ਦਵਾਈ ਖਾਓ ਅਤੇ ਕੱਲ੍ਹ ਟੈਸਟਾਂ ਵਾਸਤੇ ਫਿਰ ਵਾਪਸ ਆਓ। ਮੈਂ ਦਵਾਈ ਖਾਧੀ ਪਰ ਬਹੁਤ ਬੇਚੈਨ ਸੀ। ਮੇਰੇ ਮਾਤਾ ਜੀ ਵੀ ਆਏ ਹੋਏ ਸਨ। ਜਿਵੇਂ ਕਿ ਗੁਰੂ ਨੇ ਔਰਤਾਂ ਨੂੰ 6th ਸੈਂਸ ਬਖਸ਼ੀ ਹੈ, ਮੈਨੂੰ ਦੇਖ ਕੇ ਕਹਿਣ ਲੱਗੇ ਕਿ ਇਹ ਸਿਰ ਦਰਦ ਨਹੀਂ, ਇਹ ਤਾਂ ਕੁਝ ਹੋਰ ਹੈ। ਅਗਲੇ ਦਿਨ ਡਾਕਟਰ ਨੇ ਚੰਗੀ ਤਰ੍ਹਾਂ ਚੈੱਕਅਪ ਕੀਤਾ ਪਰ ਕੁਝ ਨਾ ਨਿਕਲਿਆ। ਮੈਨੂੰ ਦਵਾਈ ਦੇ ਕੇ ਫਿਰ ਘਰ ਭੇਜ ਦਿੱਤਾ ਗਿਆ, ਪਰ ਮੇਰਾ ਸਾਹ ਹੁਣ ਬਹੁਤ ਉਖੜਨ ਲੱਗਾ। ਕਿਸੇ ਤਰੀਕੇ ਅਗਲੇ ਦਿਨ ਡਾਕਟਰ ਨੂੰ ਫੋਨ ਕਰਕੇ ਸਾਰੇ ਹਾਲਾਤ ਦੁਬਾਰਾ ਦੱਸੇ ਅਤੇ ਡਾਕਟਰ ਨੇ ਮੈਨੂੰ ਇੱਕ ਸਾਈਕੋਲੋਜਿਸਟ ਨਾਲ ਅਪਾਇੰਟਮੈਂਟ ਬਣਾ ਕੇ ਭੇਜ ਦਿੱਤਾ। ਇਸ ਸਾਈਕੋਲੋਜਿਸਟ ਦਾ ਨਾਮ ਡਾਕਟਰ ਬਰਾਟਾ ਸੀ, ਜੋ ਕਿ ਇੱਕ ਇਜਿਪਸ਼ੀਅਨ ਅਮਰੀਕਨ ਸੀ।
इस डॉक्टर ने मैनू अपने अंदर दे डर खोल के दसन वास्ते कहा। जदों मैं इनू सारी कहानी सुनाई, एक विस्माद में चला गया। ਇਹਦੇ ਚਿਹਰੇ ਦਾ रंग उड़ गया। ये मैनू कहन लगा कि तुसी कल फिर वापस आओ, आप जी का एक दूसरा टेस्ट लेना पएगा, ये जांचण वास्ते कि तुसी जो कह रहे हो वो ठीक भी है कि नहीं। अगले दिन मैनू फिर बुलाया गया और मेरा टेस्ट लिया गया और कुछ इंस्ट्रूमेंट मैनू लगाए गए, जिहदे नाल ये पता लगे कि मैं झूठ बोल रहा हाँ कि सच बोल रहा हाँ। ਉਹਦਾ रिजल्ट अगले दिन आया, जिस विच मैनू डॉक्टर ने कहा कि तू कोई गल झूठ नहीं बोल रहा है और पिछले 5 साल तो तू इन्नी तशद्दद सहारी है, किसी नाल गल भी नहीं कीती, ਇਹਦੇ नाल तेरे अंदर होर डर ਵਧੇਰੇ बैठ गया है और तैनू दवाई लैण दी जगह ते किसी वकील नाल, ऑफिशियल दे नाल, डॉक्टर दे नाल, अटर्नी दे नाल गल करनी पएगी। मैं येलो पेज दे विचों नेफ लॉ फर्म का एक वकील, जिहदा नाम मैं सिर्फ तुहानूं मिस्टर रैंक्वेस्ट ही दे सकदा हाँ, उहदे नाल अपॉइंटमेंट बनाई। जदों मैं उन्होंने पहली बारी मिलन गया, अंदर वड़दे ही उसने रकड़े वाल उंगली खड़ी कर दी अते कहा कि तैनूं तां चंगी तरह पता है कि पिछले 5 साल तेरे नाल तशद्दद कौन और किस तरह की जा रही है। पर किसी कारण करके मेरे बारे उस बंदे नूं बहुत इन्फॉर्मेशन सी और उस वकील ने मेरी पूरी मदद करने का फैसला कर लिया सी। थोड़े ही दिनों बाद ਇਹਦੇ ही ऑफिस चों फिर फोन आया ਅਤੇ ਉਹਨਾਂ ने कहा कि आप जी ਨੂੰ ऑफिस फिर आना पवेगा क्योंकि ਤੁਹਾਡਾ केस मिस्टर रैनक्वेस्ट ने किसी होर अटर्नी ਨੂੰ दे दिता है, जिसका मैनू बहुत सदमा लगा और डर भी लगा कि शायद हुण मेरी कोई शामत आने वाली है या मैनू बचाने वास्ते कोई अगे शायद नहीं आएगा। इस वकील के ऑफिस विच ही एक दूसरी अटर्नी, फीमेल अटर्नी नूं मेरा केस दे दिता गया, जिस दे नाल जदों मेरी अपॉइंटमेंट हुई उसने मैनू साफ साफ कहा कि जो बंदे तैनू पिछले 4-5 साल तंग करते रहे और इत्थे भी कर रहे हैं, उन्हां दे नाल लड़ना वाजिब नहीं है। वो लोग पहुँच तो परे हैं, तेरे बयानों नूं ही सानू बदलना पवेगा। मेरी कुछ भी समझ तो बाहर सी कि मैं ऐसे किस तरह के बयान किसी बंदे दे खिलाफ दिते हैं जिहदे नाल मेरी इन्नी शामत आ सकती है, पर मैं उन्होंने बिना कुछ पुछे कि किस तरह के बयान हैं और वो क्यों चेंज करने पैणगे, मैं उत्थों वापस आ गया। और वापस आने तो बाद मैं उस स्टेट छड्डण दा पूरा निर्णय कर लिया, क्योंकि मैनू विश्वास हो चुका सी कि मैनू इत्थे जस्टिस नहीं मिलेगी। ਅਸੀਂ ਉਸ ਸਟੇਟ ਨੂੰ ਛੱਡ ਕੇ ਕੈਲੀਫੋਰਨੀਆ ਵੱਲ ਨੂੰ ਚਾਲੇ ਪਾਏ ਅਤੇ ਐਲਏ ਪਹੁੰਚ ਗਏ। ਪਿੱਛੇ ਪਿੱਛੇ ਬਾਬਾ ਇਕਬਾਲ ਸਿੰਘ ਜੀ ਸਾਡੇ ਪਾਸ ਪੁੱਜੇ। ਉਹਨਾਂ ਨੇ ਕੈਲੀਫੋਰਨੀਆ ਤੋਂ ਉਗਰਾਹੀ ਸ਼ੁਰੂ ਕੀਤੀ ਅਤੇ ਕੈਨੇਡਾ ਤੱਕ ਗਏ।
ਮੇਰੇ ਹਿਸਾਬ ਨਾਲ ਉਗਰਾਹੀ ਦੀ ਰਕਮ $5 ਲੱਖ ਤੋਂ ਵੀ ਉੱਪਰ ਸੀ ਅਤੇ ਇੰਨੀ ਰਕਮ ਨੂੰ ਸੰਭਾਲਣਾ ਅਤੇ ਲਿਜਾਣਾ ਵੀ ਬੜਾ ਮੁਸ਼ਕਿਲ ਸੀ। ਬਿਉਂਤ ਲਗਾਈ ਗਈ ਕਿਸੇ ਜਿਸ ਅਨੁਸਾਰ ਬਹੁਤ ਸਾਰੀ ਰਕਮ ਮੇਰੇ ਪਿਤਾ ਜੀ ਨੇ ਇੰਡੀਆ ਵਿੱਚ ਪਹੁੰਚਾਈ। ਮੇਰੀ ਤਬੀਅਤ ਉਸੇ ਤਰ੍ਹਾਂ ਖਰਾਬ ਰਹਿੰਦੀ ਸੀ। ਸਰੀਰ ਕੁਛ ਕਾਲਾ ਜਿਹਾ ਹੋਣ ਲੱਗਾ। ਸਾਹ ਅਜੇ ਵੀ ਸ਼ਾਮ ਨੂੰ ਚੜ੍ਹਦਾ ਸੀ। ਉੱਤੋਂ ਮੈਂ ਇੱਕ ਬਿਜ਼ਨਸ ਗਲਤ ਕਰ ਬੈਠਾ ਜਿਹਦੇ ਵਿੱਚ ਬਹੁਤ ਸਾਰਾ ਪੈਸਾ ਹੱਥੋਂ ਨਿਕਲ ਗਿਆ। ਮਨ ਵਿੱਚ ਇੰਨਾ ਅਫਸੋਸ ਜਿਸ ਦਾ ਬਿਆਨ ਕਰਨਾ, ਜਿਸ ਬਾਰੇ ਕੁਛ ਲਿਖਣਾ ਬਹੁਤ ਮੁਸ਼ਕਿਲ ਹੈ। ਜਿਸ ਦੇ ਨਾਲ ਬੀਤਦੀ ਹੈ ਕੇਵਲ ਉਹੀ ਹੀ ਉਸ ਚੀਜ਼ ਨੂੰ ਮਹਿਸੂਸ ਕਰ ਸਕਦਾ ਹੈ। 5 ਸਾਲ ਦੀ ਤਸ਼ੱਦਦ ਔਰ ਕਿਸੇ ਨਾਲ ਗੱਲ ਨਾ ਕਰ ਸਕਣਾ, ਅੰਦਰੋਂ ਅੰਦਰ ਮੈਂ ਖੱਦਾ ਗਿਆ ਸੀ। ਉੱਤੋਂ ਇਹ ਜੋ ਵਾਈਟ ਪਾਊਡਰ ਦੇ ਨਾਲ ਮੇਰੇ ਤੇ ਅਟੈਕ ਹੋਇਆ, ਹਮਲਾ ਹੋਇਆ, ਮਾਰਨ ਦਾ ਯਤਨ ਕੀਤਾ ਗਿਆ, ਉਸ ਬਾਰੇ ਵੀ ਮੈਂ ਕਿਸੇ ਨਾਲ ਗੱਲ ਨਾ ਕੀਤੀ। ਸਾਰੀਆਂ ਚੀਜ਼ਾਂ ਇਕੱਠੀਆਂ ਹੋ ਕੇ ਇੱਕ ਦਿਨ ਮੇਰੇ ਮਨ ਦੇ ਅੰਦਰ ਐਸਾ ਕਲੇਸ਼ ਵਰਤਾ ਗਈਆਂ ਕਿ ਮੈਂ ਆਪਣੇ ਕੇਸ ਕਤਲ ਕਰਵਾ ਦਿੱਤੇ। ਕੇਸ ਤਾਂ ਕਤਲ ਕਰਵਾਏ, ਪਰ ਮਨ ਬਹੁਤ ਰੋਇਆ ਔਰ ਤੁਰੰਤ ਸਭ ਕੁਝ ਛੱਡ ਕੇ ਇੰਡੀਆ ਵਾਪਸ ਜਾਣ ਦਾ ਪ੍ਰੋਗਰਾਮ ਬਣਾ ਲਿਆ। ਅਸੀਂ 1993 ਫੈਬਰਵਰੀ-ਮਾਰਚ ਨੂੰ ਵਾਪਸ ਇੰਡੀਆ ਪਹੁੰਚ ਗਏ। ਸਣੇ ਪਰਿਵਾਰ 1 ਵੇ ਟਿਕਟ ਲੈ ਕੇ, ਇਹ ਸੋਚ ਕੇ ਕਿ ਅਸੀਂ ਹੁਣ ਪਰਤ ਕੇ ਅਮਰੀਕਾ ਵਾਪਸ ਨਹੀਂ ਆਵਾਂਗੇ।